सो विद्यार्थियों, जिस तरह साडा विषय चल रहा है टीचिंग लर्निंग प्रोसैस और उस दे विच असीं लर्निंग के बारे जिहड़ा लगातार गल कर रहे हैं कि सीखना की हुंदा और सीखण तो की भाव है। सीखण नूं लैके जिहड़े वख-वख मनोविग्यानी ने और उन्हां दे जिहड़े की विचार ने असीं इस चीज़ के बारे जिहड़ा जान चुके हैं और सीखण दे लई किहड़े-किहड़े कारक जिम्मेवार हुंदे ने और सीखण दे नाल सानूं कह लो कि सीखना किवें संभव हुंदा और सीखण नूं असीं किवें वेख सकदे हां। वख-वख असीं बहुत सारे जिहड़े विचार ने वो कीतियां जां वख-वख विचार ने जिहड़े विद्वानां दे असीं उन्हां नूं बारे जाणिआ और अज असीं गल करांगे कि सीखण दीआं विशेषतावां किहड़ियां-किहड़ियां हुंदियां ने। हुण विशेषतावां की हुंदियां ने? विशेषता कि जदों असीं किसी चीज़ दा दे कोई विशेष गुण की असीं गल करदे हुंदे हां, भावें कि वो नकारात्मक होवे जां सकारात्मक होवे, विशेषता की असीं गल कर रहे हैं कि जिहड़ी सीखण प्रक्रिया हैगी आ इहदी विशेषता की आ। अज असीं सीखण विशेषतावां की गल करांगे। सीखण विशेषतावां सीखण विशेषतावां और उस दे विच जिहड़ी सब तो पहली विशेषता है वो हैगी आ कि व्यवहार परिवर्तन। कि जदों जिहड़ा सीखना ਉਹਦਾ सब तो पहला गुण ਜਾਂ ਉਹਦੀ सब तो पहला विशेषता है ਜਾਂ सीखण प्रक्रिया ਦੇ ਵਿੱਚ सब तो पहला ਜਿਹੜਾ ਅਸੀਂ ਗੁਣ ਦੀ ਗੱਲ ਕਰੀਏ, ਵਿਸ਼ੇषता ਦੀ ਗੱਲ ਕਰੀਏ, ਜਦੋਂ सीखण प्रक्रिया ਵਾਪਰਦੀ ਆ ਤਾਂ ਵਿਵਹਾਰ ਦੇ ਵਿੱਚ परिवर्तन ਆਉਂਦਾ ਕਿ ਜੋ ਵਿਅਕਤੀ ਸਿੱਖਦਾ ਉਹਦੇ ਵਿੱਚ ਕੋਈ ਨਾ ਕੋਈ ਬਦਲਾਅ ਸਾਨੂੰ ਦੇਖਿਆ ਜਾ ਸਕਦਾ ਕਿ ਭਾਵੇਂ ਉਹ ਵਿਦਿਆਰਥੀ ਹੋਵੇ, ਭਾਵੇਂ ਉਹ ਕਿਸੇ ਹੋਰ ਖੇਤਰ ਦੇ ਨਾਲ ਸੰਬੰਧਿਤ ਕੋਈ ਵੀ ਜਿਹੜਾ ਵਿਅਕਤੀ ਆ ਉਹ ਹੋ ਸਕਦਾ, ਉਹਦੇ ਵਿਵਹਾਰ ਦੇ ਵਿੱਚ परिवर्तन ਹੋਊਗਾ। ਜੇਕਰ ਉਹਦੇ ਵਿਵਹਾਰ ਦੇ ਵਿੱਚ परिवर्तन ਨਹੀਂ, ਭਾਵ ਉਹਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਨਾ ਹੋਵੇ, ਉਹ ਪਹਿਲਾਂ ਦੀ ਤਰ੍ਹਾਂ ਹੀ ਹੋਣ ਜਾਂ ਕਹ ਲਓ ਕਿ ਉਹਨਾਂ ਦੇ ਵਿੱਚ ਕੋਈ ਵੀ ਕਹ ਲਓ ਕਿ ਜਾਂ ਕਹ ਲਓ ਕਿ ਉਸ ਦੇ ਵਿੱਚ ਵਾਧਾ ਜਾਂ ਉਸ ਦੇ ਵਿੱਚ ਘਾਟਾ ਕੁਝ ਵੀ ਦੇਖਿਆ ਜਾ ਸਕਦਾ ਹੈ, ਭਾਵ ਉਸ ਦੇ ਵਿੱਚ ਚੇਂਜ ਆਉਣੀ ਚਾਹੀਦੀ ਆ। ਫਿਰ ਅਸੀਂ ਉੱਥੇ ਕਹਾਂਗੇ ਕਿ ਸਿੱਖਣ ਨਹੀਂ ਹੋਇਆ। ਜੇ परिवर्तन ਨਹੀਂ ਤਾਂ ਉੱਥੇ ਸਿੱਖਣਾ ਨਹੀਂ ਹੋਇਆ ਤੇ ਭਾਵ ਕਿ ਉਹ ਪਹਿਲਾਂ ਦੀ ਤਰ੍ਹਾਂ ਇੱਥੇ ਸਿੱਖਣ ਪ੍ਰਕਿਰਿਆ ਜਿਹੜੀ ਵਾਪਰੀ ਨਹੀਂ ਹੈਗੀ। ਸੋ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਜਿਹੜਾ ਵਿਵਹਾਰ ਦੇ ਵਿੱਚ परिवर्तन ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਾਂ ਜਿੱਥੇ ਵੀ ਸਿੱਖਣ ਪ੍ਰਕਿਰਿਆ ਹੁੰਦੀ ਹੈ ਉੱਥੇ ਵਿਵਹਾਰ ਦੇ ਵਿੱਚ परिवर्तन ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ। ਅਸੀਂ ਵਿਵਹਾਰ ਦੇ परिवर्तन ਤੋਂ ਅਸੀਂ ਉਸ ਜਿਹੜਾ ਬਦਲਾਅ ਹੁੰਦੇ ਨੇ, ਭਾਵੇਂ ਸਾਡੀਆਂ ਗਤੀਵਿਧੀਆਂ ਦੇ ਵਿੱਚ ਹੋਣ, ਭਾਵੇਂ ਸਾਡੇ ਕਿਸੇ ਵੀ ਐਕਟੀਵਿਟੀ ਨੂੰ ਲੈ ਕੇ ਹੋਵੇ, ਭਾਵੇਂ ਬੋਲਣ ਨੂੰ ਲੈ ਕੇ ਵੀ ਹੋ ਸਕਦੀ ਆ ਔਰ ਚੱਲਣ ਨੂੰ ਲੈ ਕੇ ਵੀ ਹੋ ਸਕਦੀ ਆ, ਸਾਡਾ ਕਿਸੇ ਕਾਰਜ ਨੂੰ ਕਰਨ ਦਾ ਸਾਡਾ ਢੰਗ ਹੋ ਸਕਦਾ, ਕਿਸੇ ਚੀਜ਼ ਨੂੰ ਵੇਖਣ ਦਾ ਸਾਡਾ ਨਜ਼ਰੀਆ ਹੋ ਸਕਦਾ। ਸੋ ਉਸ ਤੋਂ ਅਸੀਂ ਸਿੱਖਣਾ ਕਹਾਂਗੇ। ਇੱਥੋਂ ਤੱਕ ਕਿ ਮਨੋਵਿਗਿਆਨੀਆਂ ਦਾ ਕਹਿਣਾ ਕਿ ਜਿਹੜਾ ਅਨੁਭਵ ਕਰਨਾ, ਮਹਿਸੂਸ ਕਰਨਾ ਕਿ ਸਿੱਖਿਆ एक अनुभव भी है, सीखना एक अनुभव भी है। अनुभवां दे द्वारा ਅਸੀਂ ਸਿੱਖਦੇ ਹਾਂ, ਮਹਿਸੂਸ ਕਰਦੇ ਹਾਂ ਕਿ ਹਾਂ ਅਸੀਂ ਇਸ ਚੀਜ਼ ਦੇ ਬਾਰੇ ਜਾਣ ਗਏ ਹਾਂ ਜਾਂ ਸਾਡਾ ਕਿਸੇ ਚੀਜ਼ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ ਉਹ ਸਕਾਰਾਤਮਕ, ਨਕਾਰਾਤਮਕ ਜਾਂ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਜਿਹੜੀ ਚੇਂਜ ਆ ਜਾਂਦੀ ਹੈ। ਕਿ ਭਾਵ ਜਿਹੜਾ ਸਿੱਖਣਾ ਹੈ ਉਹ ਵਿਵਹਾਰ ਦੇ ਵਿੱਚ परिवर्तन ਹੁੰਦਾ ਤਾਂ ਉਸੇ ਨਾਲ ਕੀ ਹੈ ਕਿ ਜਿਹੜੇ परिवर्तन ਨੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ ਜਾਂ ਸਾਨੂੰ ਮਹਿਸੂਸ ਕਰਨ ਨੂੰ ਜਿਹੜੇ ਉਹ ਮਿਲਦੇ ਨੇ। ਜੇਕਰ ਅਸੀਂ ਕੁਝ ਮਹਿਸੂਸ ਹੀ ਨਹੀਂ ਕਰ ਰਹੇ ਤਾਂ ਅਸੀਂ ਕੁਝ ਸਿੱਖ ਨਹੀਂ ਸਕੇ। ਕਿ ਭਾਵ ਸਾਨੂੰ ਲੱਗਦਾ ਹੀ ਕਿ ਹਾਂ ਅਸੀਂ ਇਹ ਚੀਜ਼ ਨੂੰ ਸਮਝਿਆ ਹੈ ਜਾਂ ਅਸੀਂ ਇਸ ਚੀਜ਼ ਨੂੰ ਯਾਦ ਕੀਤਾ ਹੈ ਜਾਂ ਅਸੀਂ ਇਸ ਚੀਜ਼ ਨੂੰ ਹੁਣ ਕਰ ਸਕਦੇ ਹਾਂ, ਤਾਂ ਉੱਥੇ ਕੀ ਹੈ ਸਿੱਖਣਾ ਨਹੀਂ ਹੁੰਦਾ। ਜਿੱਥੇ परिवर्तन ਨਾ ਹੋਵੇ, ਭਾਵੇਂ ਅਨੁਭਵਾਂ ਦੇ ਵਿੱਚ ਹੋਵੇ, ਭਾਵੇਂ ਸਾਡੀਆਂ ਐਕਟੀਵਿਟੀਆਂ ਦੇ ਵਿੱਚ ਹੋਵੇ, परिवर्तन ਹੈ ਜਿਹੜਾ ਉਹ ਬਹੁਤ ਜ਼ਿਆਦਾ ਲਾਜ਼ਮੀ ਹੁੰਦਾ। ਸਿੱਖਣ ਦਾ ਇੱਕ ਪਹਿਲਾ ਗੁਣ ਔਰ ਪਹਿਲੀ ਵਿਸ਼ੇਸ਼ਤਾ ਕੀ ਆ ਕਿ परिवर्तन, ਵਿਵਹਾਰ ਦੇ ਵਿੱਚ परिवर्तन ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਚੇਂਜ ਆਉਣੀ, ਸਿੱਖਣਾ ਚੇਂਜ ਆਉਣਾ। ਸੋ ਪਹਿਲਾ ਜਿਹੜਾ ਇਸ ਦੀ ਵਿਸ਼ੇਸ਼ਤਾ ਹੈਗੀ ਹੈ ਉਹ ਹੈਗੀ ਹੈ ਜੀ परिवर्तन। ਉਹਨੂੰ ਅਸੀਂ ਬਦਲਾਅ ਵੀ ਕਹਿ ਸਕਦੇ ਹਾਂ ਔਰ ਮੇਨ ਅਸੀਂ ਕਹਾਂਗੇ ਕਿ परिवर्तन ਆਉਂਦਾ, ਸਾਡੇ ਸੋਚਣ ਦੇ ਵਿੱਚ परिवर्तन ਆ ਜਾਂਦਾ ਹੈ। ਪਹਿਲਾਂ ਅਸੀਂ ਕੁਝ ਹੋਰ ਸੋਚਦੇ ਹੁੰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਦੇ ਬਾਰੇ ਸਿੱਖ ਜਾਂਦੇ ਹਾਂ, ਉਸ ਚੀਜ਼ ਦੇ ਬਾਰੇ ਸਮਝ ਜਾਂਦੇ ਹਾਂ, ਉਸ ਚੀਜ਼ ਦਾ ਸਾਨੂੰ ਜਿਹੜਾ ਗਿਆਨ ਵਧੇਰੇ ਹੋ ਜਾਂਦਾ ਹੈ ਤਾਂ
ਅਸੀਂ ਉਸ ਚੀਜ਼ ਦੇ ਬਾਰੇ ਜਿਹੜਾ ਸਾਡਾ ਸੋਚਣ ਦਾ ਨਜ਼ਰੀਆ ਉਸ ਦੇ ਵਿੱਚ ਵੀ ਇਹ ਜਿਹੜਾ ਫਰਕ ਪੈ ਜਾਂਦਾ। ਔਰ ਅਸੀਂ ਹੁਣ ਆਪਣੀ ਅਗਲੀ ਜਿਹੜੀ ਵਿਸ਼ੇਸ਼ਤਾ ਹੈ ਸਿੱਖਣ ਦੀ, ਉਸ ਦੀ ਗੱਲ ਕਰੀਏ। ਉਸ ਦੇ ਵਿੱਚ ਆਉਂਦਾ ਜੀ ਉਤਸੁਕਤਾ। ਉਤਸੁਕਤਾ ਜਿਹੜਾ ਜਿੰਨੀ ਜ਼ਿਆਦਾ ਉਤਸੁਕਤਾ ਹੋਏਗੀ ਉਨਾ ਵਧੇਰੇ ਸਿੱਖਣਾ ਜਿਹੜਾ ਸੰਭਵ ਹੋਊਗਾ। ਉਤਸੁਕਤਾ ਜਿਹੜਾ ਅਗਲੀ ਦੀ ਵਿਸ਼ੇਸ਼ਤਾ ਉਹ ਹੈਗੀ ਹੈ ਜੀ ਉਤਸੁਕਤਾ। ਵਿਦਿਆਰਥੀ ਜਿੰਨੇ ਜ਼ਿਆਦਾ ਆਪਣੀ ਜਮਾਤ ਦੇ ਵਿੱਚ ਵਧੇਰੇ ਸਿੱਖਣ ਦੇ ਲਈ ਜਾਂ ਕਹਿ ਲਓ ਕਿ ਜਿੰਨੇ ਉਹਨਾਂ ਦੇ ਕੋਲੇ ਵਧੇਰੇ ਪ੍ਰਸ਼ਨ ਹੁੰਦੇ ਨੇ ਉਹਨਾਂ ਵਿਦਿਆਰਥੀ ਨੇ ਜਿਹੜੇ ਜ਼ਿਆਦਾ ਸਿੱਖ ਜਾਂਦੇ ਨੇ। ਪਰ ਜਿਹੜੇ ਪ੍ਰਸ਼ਨ ਨੇ ਉਹ ਇੱਕ ਕਹਿ ਲਓ ਕਿ ਉਹਨਾਂ ਦਾ ਅਰਥ ਹੋਣਾ ਚਾਹੀਦਾ। ਬੇਅਰਥੇ ਪ੍ਰਸ਼ਨਾਂ ਦੇ ਨਾਲ ਅਸੀਂ ਨਹੀਂ ਸਿੱਖ ਸਕਦੇ। ਉਹਨਾਂ ਦਾ ਕੋਈ ਨਾ ਕੋਈ ਮੀਨਿੰਗ ਹੋਵੇ ਕਿ ਉਸ ਨੂੰ ਲੈ ਕੇ ਇਹ ਪ੍ਰਸ਼ਨ ਪੁੱਛ ਰਹੇ ਨੇ, ਉਹ ਆਪਣੇ ਵਿਸ਼ੇ ਨੂੰ ਲੈ ਕੇ ਪੁੱਛ ਰਹੇ ਨੇ ਔਰ ਵਿਸ਼ੇ ਦੀਆਂ ਵਿਸ਼ੇਸ਼ਤਾਵਾਂ ਨੂੰ ਲੈ ਕੇ ਪੁੱਛ ਰਹੇ ਨੇ, ਉਸ ਦੇ ਨਕਾਰਾਤਮਕ ਪੱਖ ਨੂੰ ਲੈ ਕੇ ਪੁੱਛ ਰਹੇ ਨੇ ਜਾਂ ਉਹਦੇ ਸਕਾਰਾਤਮਕ ਪੱਖ ਨੂੰ ਲੈ ਕੇ ਪੁੱਛ ਰਹੇ ਨੇ। ਇਹ ਚੀਜ਼ ਹੈ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਭਾਵ ਜਿਹੜੇ ਅਰਥਾਂ ਵਾਲੇ ਜਿਹੜੇ ਪ੍ਰਸ਼ਨ ਨੇ ਉਹ ਹੋਣੇ ਚਾਹੀਦੇ ਨੇ, ਬੇਅਰਥੇ ਪ੍ਰਸ਼ਨ ਨਹੀਂ ਹੋਣੇ ਚਾਹੀਦੇ। ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਉਤਸੁਕਤਾ, ਵਿਦਿਆਰਥੀ ਵੱਧ ਤੋਂ ਵੱਧ ਵਧੇਰੇ ਜਾਣਨਾ ਚਾਹੁੰਦੇ ਨੇ। ਵਿਦਿਆਰਥੀ ਜਿੰਨੇ ਜ਼ਿਆਦਾ ਉਤਸੁਕ ਹੋਣਗੇ ਸਿੱਖਣ ਦੇ ਲਈ ਕਿ ਉਹਨਾਂ ਨੂੰ ਅਸੀਂ ਇਹਦਾ ਇਹ ਪੱਖ ਵੀ ਜਾਣੀਏ, ਅਸੀਂ ਇਸ ਦਾ ਇਹ ਪੱਖ ਵੀ ਜਾਣੀਏ, ਅਸੀਂ ਇਸ ਚੀਜ਼ ਦੇ ਬਾਰੇ ਵੀ ਜਾਣਨਾ ਚਾਹੁੰਦੇ ਹਾਂ, ਤਾਂ ਉੱਥੇ ਕੀ ਹੋਏਗਾ ਕਿ ਵਧੇਰੇ ਅਸੀਂ ਭਾਵ ਕਿ ਜਮਾਤ ਦੇ ਵਿੱਚ ਜਦੋਂ ਕੋਈ ਕਹਾਣੀ ਸੁਣਾਉਂਦੇ ਹਾਂ ਤਾਂ ਉੱਥੇ ਕਈ ਵਾਰ ਕਹਾਣੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਭਾਵ ਕਿ ਵਿਦਿਆਰਥੀ ਜੇ ਉਹ ਕਹਾਣੀ ਆਰਥਿਕਤਾ ਨੂੰ ਲੈ ਕੇ ਆ ਤਾਂ ਉਹ ਆਰਥਿਕਤਾ ਨੂੰ ਲੈ ਕੇ ਵਿਦਿਆਰਥੀ ਅੱਜ ਦੀ ਆਰਥਿਕਤਾ ਨਾਲ ਮੇਲ ਖਾਂਦੇ ਜਾਂ ਕੋਈ ਤਰਾਤਮਿਕ ਉਹਨਾਂ ਦਾ ਪ੍ਰਸ਼ਨ ਹੋ ਸਕਦਾ ਹੈ ਜਾਂ ਉਹਨਾਂ ਦਾ ਉੱਥੋਂ ਉਸ ਸਮੇਂ ਦੇ ਕਹਿ ਲਓ ਪੁੱਛ ਸਕਦੇ ਜੇ ਕਹਾਣੀ ਹੈ ਜਿਹੜੀ ਉਹ ਆਰਥਿਕਤਾ ਨੂੰ ਲੈ ਕੇ ਵੀ ਆਰਥਿਕ ਤੌਰ ਤੇ ਇਸ ਤਰ੍ਹਾਂ ਵਾਪਰਿਆ ਤਾਂ ਉਸ ਸਮੇਂ ਦੀ ਕਰੰਸੀ ਦੇ ਬਾਰੇ ਵਿਦਿਆਰਥੀ ਪ੍ਰਸ਼ਨ ਪੁੱਛ ਸਕਦੇ ਨੇ ਕਿ ਉਹਨਾਂ ਦੀ ਜ਼ਿਆਦਾ ਉਤਸੁਕਤਾ ਹੋਏਗੀ ਸਿੱਖਣ ਦੀ ਕਿ ਭਾਵ ਕਹਾਣੀ ਦੇ ਵਿੱਚ ਇੰਨਾ ਜ਼ਿਆਦਾ ਡੂੰਘਾਈ ਦੇ ਵਿੱਚ ਚਲੇ ਜਾਂਦੇ ਨੇ ਕਿ ਵਿਦਿਆਰਥੀ ਉੱਥੋਂ ਦੇ ਕਾਰਨ, ਘਟਨਾਵਾਂ ਦੇ ਕਾਰਨ, ਪਾਤਰਾਂ ਦੇ ਬੋਲਣ ਦੇ ਕਾਰਨ, ਪਾਤਰਾਂ ਦੀ ਬੋਲੀ, ਬਹੁਤ ਸਾਰੇ ਡੂੰਘਾਈ ਦੇ ਵਿੱਚ ਜਿਹੜੇ ਕੁਐਸਚਨ ਜਦੋਂ ਪੁੱਛਦੇ ਨੇ ਤਾਂ ਉਹ ਉਹਨਾਂ ਦੀ ਉਤਸੁਕਤਾ ਦਾ ਕਾਰਨ ਹੁੰਦਾ ਕਿ ਉਹ ਵਧੇਰੇ ਸਿੱਖਣਾ ਚਾਹੁੰਦੇ ਨੇ। ਸੋ ਅਸੀਂ ਗੱਲ ਕਰਦੇ ਹਾਂ ਕਿ ਜਿੰਨੀ ਉਤਸੁਕਤਾ ਵਧੇਰੇ ਹੋਏਗੀ ਸਿੱਖਣ ਦੇ ਵਿੱਚ, ਸਿੱਖਣਾ ਉਨਾ ਹੀ ਸੰਭਵ ਹੁੰਦਾ, ਉਨਾ ਹੀ ਅਸੀਂ ਜ਼ਿਆਦਾ ਸਿੱਖ ਸਕਦੇ ਹਾਂ। ਜਿੰਨੀ ਉਤਸੁਕਤਾ ਘੱਟ ਹੋਏਗੀ, ਉਹਨਾਂ ਨੂੰ ਕਹਾਣੀ ਸੁਣਾਈ ਜਾ ਰਹੀ ਹੈ, ਉਹਨਾਂ ਦਾ ਉਸ ਕਹਾਣੀ ਨੂੰ ਜੋ ਵੀ ਸੁਣਾਇਆ ਜਾ ਰਿਹਾ ਉਸ ਨੂੰ ਸੱਤ ਜਾਣ ਕੇ ਯਾਨੀ ਕਿ ਸੁਣ ਰਹੇ ਨੇ, ਉਸੇ ਨੂੰ ਸਮਝ ਰਹੇ ਨੇ, ਉਹਨਾਂ ਦਾ ਕੋਈ ਪ੍ਰਸ਼ਨ ਨਹੀਂ ਔਰ ਉਹਨਾਂ ਦੇ ਵਿੱਚ ਜ਼ਿਆਦਾ ਜਾਣਨ ਦੀ ਉਤਸੁਕਤਾ ਨਹੀਂ, ਤਾਂ ਉਹ 'ਤੇ ਸਿੱਖਣਾ ਜਿਹੜਾ ਉਹ ਸੀਮਿਤ ਹੋ ਜਾਂਦਾ ਹੈ। ਤਾਂ ਇਸ ਕਰਕੇ ਜਿਹੜੀ ਉਤਸੁਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿੱਖਣ ਦੇ ਲਈ। ਇਹ ਇੱਕ ਤੱਤ ਜ਼ਰੂਰੀ ਆ ਕਿ ਸਿੱਖਣਾ ਉਤਸੁਕਤਾ 'ਤੇ ਨਿਰਭਰ ਕਰਦਾ ਜਾਂ ਜਿਹੜਾ ਉਤਸੁਕਤਾ ਹੈ ਉਹ ਸਿੱਖਣ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜਾਂ ਸਿੱਖਣਾ ਜਿਹੜਾ ਉੱਥੇ ਜ਼ਿਆਦਾ ਸੰਭਵ ਹੁੰਦਾ ਜਿੱਥੇ ਉਤਸੁਕਤਾ ਹੋਵੇ। ਸੋ ਇਸ ਕਰਕੇ ਜਿਹੜੀ ਸਿੱਖਣਾ ਉਹ ਉਤਸੁਕਤਾ ਪੈਦਾ ਵੀ ਕਰਦਾ ਕਿ ਭਾਵ ਇਸ ਤਰ੍ਹਾਂ ਉਹਨਾਂ ਨੂੰ ਸਿਖਾ ਦਿੱਤਾ ਜਾਂਦਾ ਕੋਈ ਕਹਾਣੀ ਦੇ ਰੂਪ ਦੇ ਵਿੱਚ ਜਾਂ ਅਸੀਂ ਕਹੀਏ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਵਿਧੀ ਦੇ ਨਾਲ ਕਿ ਉਹਨਾਂ ਦੇ ਵਿੱਚ ਉਤਸੁਕਤਾ ਪੈਦਾ ਹੁੰਦੀ ਹੈ। ਵਿਦਿਆਰਥੀ ਪ੍ਰਸ਼ਨ ਕਰਨ ਲੱਗ ਜਾਂਦੇ ਨੇ, ਵਿਦਿਆਰਥੀ ਘਟਨਾਵਾਂ ਨੂੰ ਜਾਂ ਕਿਸੇ ਪ੍ਰਯੋਗ ਨੂੰ ਬਰੀਕੀ ਦੇ ਨਾਲ ਸਮਝਣ ਲੱਗ ਜਾਂਦੇ ਨੇ ਜਾਂ ਉਹਨਾਂ ਦੀ ਇੱਕ ਚਾਹਤ ਹੁੰਦੀ ਹੈ ਕਿ ਅਸੀਂ ਇਸ ਚੀਜ਼ ਦੇ ਬਾਰੇ ਵੀ ਜਾਣੀਏ। ਸੋ ਸਿੱਖਣਾ ਜਿਹੜਾ ਉਹ ਉਤਸੁਕਤਾ ਪੈਦਾ ਨਹੀਂ ਕਰਦਾ। ਸੋ ਅਸੀਂ ਅਗਲੀ ਜਿਹੜੀ ਵਿਸ਼ੇਸ਼ਤਾ ਹੈ ਉਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਉਂਦਾ ਜਿਹੜਾ ਸਿੱਖਣਾ ਉਹ ਨਿਰੰਤਰ ਚੱਲਦਾ। ਨਿਰੰਤਰਤਾ ਦਾ ਜਿਹੜਾ ਗੁਣ ਹੈ ਉਹ ਬਹੁਤ ਜ਼ਿਆਦਾ ਅਹਿਮ ਹੈ। ਸਿੱਖਣਾ ਅਸੀਂ ਕੱਲ੍ਹ ਗੱਲ ਕੀਤੀ ਕਿ ਸਿੱਖਣਾ ਜਨਮ ਤੋਂ ਲੈ ਕੇ ਮੌਤ ਤੱਕ ਚੱਲਦਾ। ਸੋ ਨਿਰੰਤਰਤਾ ਜਿਹੜਾ ਉਹ ਇਹਦੀ ਵਿਸ਼ੇਸ਼ਤਾ। ਨਿਰੰਤਰਤਾ ਕਿ ਭਾਵ ਇਹ ਜਨਮ ਤੋਂ ਲੈ ਕੇ ਜਦੋਂ ਅਸੀਂ ਗੱਲ ਕੀਤੀ ਸੀ ਕਿ ਸਿੱਖਣਾ ਤਾਂ ਮਾਂ ਦੇ ਪੇਟ 'ਚੋਂ ਸ਼ੁਰੂ ਹੋ ਜਾਂਦਾ ਕਿ ਜਦੋਂ ਕਹਿ ਲਓ ਕਿ ਬਾਹਰੀ ਦੁਨੀਆ ਦੇ ਵਿੱਚ ਇੱਕ ਬੱਚਾ ਨਹੀਂ ਆਇਆ ਹੁੰਦਾ ਤਾਂ ਉਸ ਦੀ ਸ਼ਖਸੀਅਤ ਦੇ ਉੱਪਰ ਅਸੀਂ ਵੱਡੇ ਹੋਏ ਕਈਆਂ ਦੇ ਗੁਣ ਦੇਖਦੇ ਹਾਂ ਕਿ ਵਾਕਈ ਇਸ ਨੇ ਇਹੋ ਜਿਹਾ ਬਣਨਾ ਸੀ ਕਿ ਇਹਨਾਂ ਦੀ ਜਿਹੜੀ ਸਿੱਖਿਆ ਸੀ ਜਾਂ ਇਸ ਦੀ ਮਾਤਾ ਦੇ ਗੁਣ ਜਾਂ ਇਸ ਦੀ ਪਿਤਾ ਦੇ ਗੁਣ ਜਾਂ ਇਸ ਦੀ ਜੱਦ ਦੇ ਗੁਣ ਤਾਂ ਇਹ ਸੀਗੇ ਤੇ ਇਹਨੇ ਤਾਂ ਇਹ ਬਣਨਾ ਹੀ ਸੀ ਜਾਂ ਇਹਦੀ ਤਾਂ ਇਹਦੀ ਸ਼ਖਸੀਅਤ ਹੋਣੀ ਸੀ। ਸੋ ਉਸ ਚੀਜ਼ ਹੈ ਜਿਹੜੀ ਉਹ ਨਿਰੰਤਰਤਾ ਕਿ ਭਾਵ ਜਿਹੜਾ ਸਿੱਖਣਾ ਉਹ ਨਿਰੰਤਰ ਚੱਲਦਾ ਹੈ ਜਨਮ ਤੋਂ ਲੈ ਕੇ ਮੌਤ ਤੱਕ।
ਕਿ ਵਿਦਿਆਰਥੀ ਹੈ ਜਿਹੜਾ ਜਾਂ ਵਿਦਿਆਰਥੀ ਜੀਵਨ ਦੀ ਅਸੀਂ ਗੱਲ ਕਰੀਏ, ਉਹਦੇ ਵਿੱਚ ਤਾਂ ਸਿੱਖਣਾ ਇੱਕ ਪ੍ਰੋਫੈਸ਼ਨਲ ਹੀ ਆ ਜਾਂਦਾ ਕਿ ਰਸਮੀ ਤੌਰ ਤੇ ਉਹ ਸਕੂਲ ਦੇ ਵਿੱਚ ਜਾਂਦਾ ਔਰ ਫਿਰ ਕਾਲਜ ਦੇ ਵਿੱਚ ਜਾਂਦਾ ਜਾਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਉਹ ਜਾਂਦਾ ਜਾਂ ਆਪਣੇ ਖੇਤਰ ਕੰਮ ਕਰਨ ਦੇ ਖੇਤਰ ਦੇ ਵਿੱਚ ਜਾਂਦਾ। ਪਰ ਜਿਹੜਾ ਸਿੱਖਣਾ ਹੈ ਉਹ ਤਾਂ ਜਨਮ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ। ਬੱਚਾ ਬੋਲਣਾ ਸਿੱਖਦਾ ਹੈ, ਬੱਚਾ ਨੂੰ ਸਮਾਜ ਦਾ ਗਿਆਨ ਹੁੰਦਾ, ਸਮਾਜ ਦੇ ਰੀਤੀ ਰਿਵਾਜਾਂ ਬਾਰੇ ਪਤਾ ਲੱਗਦਾ ਹੈ ਔਰ ਹੋਰ ਸਕੇ ਸੰਬੰਧੀਆਂ ਦੇ ਬਾਰੇ ਪਤਾ ਲੱਗਦਾ, ਸਮਾਜਿਕ ਕਿਰਿਆਵਾਂ ਦੇ ਬਾਰੇ ਪਤਾ ਲੱਗਦਾ ਹੈ, ਆਰਥਿਕ ਕਿਰਿਆਵਾਂ ਦੇ ਬਾਰੇ ਉਸ ਨੂੰ ਪਤਾ ਲੱਗਦਾ ਹੈ ਔਰ ਫਿਰ ਬੱਚਾ ਰਸਮੀ ਸਿੱਖਿਆ ਲੈਂਦਾ ਹੈ ਔਰ ਫਿਰ ਉਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਰ ਨਵੇਂ ਉਸ ਦੇ ਜਿਹੜੇ ਤਜਰਬੇ ਨੇ, ਉਸ ਦੇ ਜਿਹੜੇ ਅਨੁਭਵ ਨੇ, ਉਹ ਮਹਿਸੂਸ ਕਰਦਾ ਕਿ ਨਹੀਂ ਮੈਨੂੰ ਪਹਿਲਾਂ ਨਹੀਂ ਪਤਾ ਸੀ, ਮੈਨੂੰ ਹੁਣ ਪਤਾ। ਹਰ ਪੱਖ ਤੋਂ ਅਸੀਂ ਖੁਦ ਵੀ ਦੇਖੀਏ ਤਾਂ ਜੋ ਅੱਜ ਤੋਂ ਅਸੀਂ ਸਾਲ ਜਾਂ 5 ਸਾਲ ਪਿੱਛੇ ਦੀ ਗੱਲ ਕਰੀਏ ਤਾਂ ਸ਼ਾਇਦ ਸਾਨੂੰ ਇਹੀ ਲੱਗਦਾ ਹੁੰਦਾ ਕਿ ਸਾਨੂੰ ਹੁਣ ਵੱਧ ਗਿਆਨ ਹੋਇਆ, ਪਹਿਲਾਂ ਗਿਆਨ ਨਹੀਂ ਸੀ, ਹੁਣ ਵਧੇਰੇ ਗਿਆਨ ਹੋਇਆ, ਹੁਣ ਇਸ ਚੀਜ਼ ਦੇ ਬਾਰੇ ਹੋਰ ਪਤਾ ਲੱਗਿਆ। ਸੋ ਜਿਹੜਾ ਸਿੱਖਣਾ ਉਹ ਤਾਂ ਨਿਰੰਤਰ ਚੱਲਦਾ ਰਹਿੰਦਾ, ਕਿਤੇ ਵੀ ਰੁਕਦਾ ਨਹੀਂ। ਇੱਕ ਵਿਅਕਤੀ ਹੈ ਜਿਹੜਾ ਜੇ ਸਮਝੇ ਕਿ ਸਿੱਖਿਆ ਸੰਸਥਾਵਾਂ ਤੋਂ ਬਾਹਰ ਜਾ ਕੇ ਸਿੱਖਿਆ ਹੀ ਨਹੀਂ ਜਾ ਸਕਦਾ, ਅਜਿਹਾ ਨਹੀਂ ਹੁੰਦਾ। ਸਿੱਖਣਾ ਤਾਂ ਵਿਆਪਕ ਹੈ, ਹਰ ਜਗ੍ਹਾ ਸਿੱਖਿਆ ਜਾ ਸਕਦਾ ਹੈ, ਭਾਵੇਂ ਉਹ ਘਰ ਹੋਵੇ। ਪਹਿਲਾਂ ਸਿੱਖਣਾ ਤਾਂ ਘਰ ਦੇ ਵਿੱਚੋਂ ਸ਼ੁਰੂ ਹੁੰਦਾ, ਪਹਿਲਾਂ ਸਿੱਖਣਾ ਘਰ ਦੇ ਵਿੱਚੋਂ ਸ਼ੁਰੂ ਹੁੰਦਾ। ਸਮਾਜ ਦੀ ਇੱਕ ਇਕਾਈ ਹੈ ਘਰ, ਔਰ ਘਰ ਦੇ ਵਿੱਚੋਂ ਮਾਂ-ਬਾਪ ਤੋਂ ਔਰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਔਰ ਫਿਰ ਉਹ ਆਪਣੇ ਆਲੇ ਦੁਆਲੇ ਤੋਂ, ਆਪਣੇ ਸਕੇ ਸੰਬੰਧੀਆਂ ਤੋਂ ਬਹੁਤ ਕੁਝ ਹੈ ਜਿਹੜਾ ਉਹ ਸਿੱਖਦਾ ਰਹਿੰਦਾ। ਭਾਵ ਕਿ ਉਹਦਾ ਸਿੱਖਣਾ ਕਿਤੇ ਵੀ ਰੁਕਦਾ ਨਹੀਂ। ਉਹਦਾ ਸਿੱਖਣਾ ਹੀ ਨਹੀਂ ਹੈ ਕਿ ਉਸਨੇ 5 ਸਾਲ ਕਿਤੇ ਜਾਣ ਦਾ ਮੌਕਾ ਨਹੀਂ ਮਿਲਿਆ ਤਾਂ ਉਹਦਾ ਸਿੱਖਣਾ ਰੁਕ ਗਿਆ, ਨਹੀਂ। ਭਾਵ ਕਿ ਜਿਸ ਬੱਚੇ ਨੂੰ ਕਿਤੇ ਸਕੂਲ ਜਾਣ ਦਾ ਮੌਕਾ ਹੀ ਨਹੀਂ ਮਿਲਦਾ, ਇਸ ਦਾ ਭਾਵ ਇਹ ਨਹੀਂ ਹੈਗਾ ਕਿ ਉਹਦਾ ਸਿੱਖਣਾ ਰੁਕ ਗਿਆ। ਹੋ ਸਕਦਾ ਕਿ ਉਹਨੇ ਅੱਖਰੀ ਗਿਆਨ ਜਾਂ ਕੋਈ ਰਸਮੀ ਸਿੱਖਿਆ ਜਿਹੜੀ ਨਹੀਂ ਪ੍ਰਾਪਤ ਕੀਤੀ ਹੋਵੇ, ਪਰ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਸਿੱਖਣਾ ਉਸਨੇ ਸਿੱਖਿਆ ਨਹੀਂ ਹੈ ਜਾਂ ਉਸਦਾ ਸਿੱਖਣਾ ਜਿਹੜਾ ਰੁਕਿਆ ਹੋਇਆ ਹੈ। ਇਸ ਜਿਹਾ ਨਹੀਂ। ਸਿੱਖਣਾ ਤਾਂ ਇੱਕ ਬੁਢੇਪੇ ਦੇ ਵਿੱਚ ਜਾ ਕੇ ਔਰ ਵਿਅਕਤੀ ਹੈ ਜਦੋਂ ਉਹ ਆਪਣੇ ਵਿਚਾਰਕ ਤੌਰ ਤੇ ਜਾਂ ਮਨੋਵਿਗਿਆਨਕ ਤੌਰ ਤੇ ਵੀ ਕੁਝ ਨਾ ਕੁਝ ਆਪਣੇ ਤਜਰਬਿਆਂ ਨੂੰ ਜਾਂ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਉਹ ਵਰਤਮਾਨ ਦੀਆਂ ਗੱਲਾਂ ਦੇ ਨਾਲ ਕੰਪੇਅਰ ਕਰਦਾ ਰਹਿੰਦਾ, ਉਹਨਾਂ ਦੇ ਤੁਲਨਾ ਕਦੀ ਐਂ ਕਰਦਾ ਰਹਿੰਦਾ, ਫਿਰ ਇਹਦੇ ਵਿੱਚੋਂ ਨਵੇਂ ਵਿਚਾਰ ਕੱਢਦਾ ਰਹਿੰਦਾ ਔਰ ਨਵੇਂ ਵਿਚਾਰਾਂ ਨੂੰ ਐਡ ਕਰਨਾ ਆਪਣੀ ਸਮਝ ਦੇ ਵਿੱਚ, ਇਹ ਵੀ ਸਿੱਖਣਾ ਹੈ। ਕਿ ਭਾਵ ਸਿੱਖਣਾ ਤਾਂ ਮੌਤ ਤੱਕ ਚੱਲਦਾ। ਸਿੱਖਣਾ ਕਿਤੇ ਵੀ ਇਹ ਨਹੀਂ ਹੈ ਕਿ ਸਿੱਖਣਾ ਰੁਕ ਗਿਆ ਜਾਂ ਸਿੱਖਣ ਦੇ ਵਿੱਚ ਕਿਤੇ ਨਾ ਕਿਤੇ ਗੈਪ ਹੈ, ਇਹ ਵੀ ਨਹੀਂ ਹੋ ਸਕਦਾ। ਸਿੱਖਣ ਦੇ ਵਿੱਚ ਕਿਤੇ ਵੀ ਗੈਪ ਨਹੀਂ ਹੁੰਦਾ ਕਿ ਭਾਵ ਕਿ ਉਹ ਹਾਲਾਤ ਜਾਂ ਵਾਤਾਵਰਨ ਐਵੇਂ ਦਾ ਹੋ ਸਕਦਾ ਕਿ ਉਹ ਰਸਮੀ ਤੌਰ ਤੇ ਜਾਂ ਸਾਨੂੰ ਦਿਖਾਈ ਨਾ ਦਿੰਦਾ ਹੋਵੇ। ਕਈ ਵਾਰ ਹੁੰਦਾ ਕਿ ਇਸ ਸਮੇਂ ਦੇ ਵਿੱਚ ਅਸੀਂ ਕੁਝ ਨਹੀਂ ਸਿੱਖਿਆ। ਸਾਡੀ ਅਸੀਂ ਆਮ ਕਹਾਵਤ ਦੇ ਵਿੱਚ ਕਹਿ ਦਿੰਦੇ ਹਾਂ ਕਿ ਇੰਨੇ ਸਾਲ ਦੇ ਵਿੱਚ ਜਾਂ ਇੰਨੇ ਮਹੀਨਿਆਂ ਦੇ ਵਿੱਚ ਕੁਝ ਨਹੀਂ ਸਿੱਖ ਸਕੇ। ਅਜਿਹਾ ਨਹੀਂ ਕਿ ਭਾਵ ਕਈ ਵਾਰ ਅਸੀਂ ਕਹਿ ਲਓ ਕਿ ਤਲਾਤਮਿਕ ਦੇ ਰਾਹੀਂ ਆਪਣਾ ਮੁਲਾਂਕਣ ਕਰਦੇ ਰਹਿੰਦੇ ਹਾਂ। ਮੁਲਾਂਕਣ ਕਰਨਾ ਵੀ ਇੱਕ ਸਿੱਖਣਾ ਹੁੰਦਾ ਕਿ ਭਾਵ ਜਿਹੜੇ ਸਾਡੇ ਨਕਾਰਾਤਮਕ ਜਾਂ ਸਾਡੇ ਜੋ ਸਾਨੂੰ ਵਿਚਾਰ ਨੇ ਜਿਹੜੇ ਸਹੀ ਨਹੀਂ ਲੱਗਦੇ, ਅਸੀਂ ਆਪਣੇ ਦਿਮਾਗ ਦੇ ਵਿੱਚ ਉਹਨਾਂ ਵਿਚਾਰਾਂ ਨੂੰ ਹਟਾਉਂਦੇ ਰਹਿੰਦੇ ਹਾਂ ਔਰ ਨਵੇਂ ਵਿਚਾਰਾਂ ਨੂੰ ਉਹਨਾਂ ਦੇ ਵਿੱਚ ਐਡ ਕਰਦੇ ਰਹਿੰਦੇ ਹਾਂ। ਇਹ ਵੀ ਇੱਕ ਸਿੱਖਣ ਦਾ ਢੰਗ ਹੈ ਜਾਂ ਇੱਕ ਸਿੱਖਣ ਦਾ ਕਹਿ ਲਓ ਕਿ ਇੱਥੇ ਵੀ ਸਿੱਖਣਾ ਜਿਹੜਾ ਉਹ ਹੋ ਰਿਹਾ ਹੁੰਦਾ ਹੈ ਕਿ ਭਾਵ ਜਦੋਂ ਅਸੀਂ ਚੁੱਪ ਬੈਠੇ ਹਾਂ ਉਸੇ ਨੂੰ ਅਸੀਂ ਉਸ ਸਾਈਂ ਵੀ ਅਸੀਂ ਕੁਝ ਨਾ ਕੁਝ ਸਿੱਖ ਰਹੇ ਹੁੰਦੇ ਹਾਂ, ਕਿਉਂਕਿ ਉਸ ਸਮੇਂ ਸਾਡੇ ਜਿਹੜੀ ਵਿਚਾਰਕ ਜੰਗ ਹੈ ਜਾਂ ਸਾਡੇ ਜਿਹੜੇ ਵਿਚਾਰ ਦੇ ਦਿਮਾਗ ਦੇ ਵਿਚਾਰ ਨੇ ਉਹ ਕਾਰਜ ਕਰ ਰਹੇ ਹੁੰਦੇ ਨੇ। ਦਿਮਾਗੀ ਕਿਰਿਆਵਾਂ ਤਾਂ ਸਾਡੇ ਹਮੇਸ਼ਾ ਹੀ ਚੱਲਦੀਆਂ ਰਹਿੰਦੀਆਂ। ਸੋ ਇਸ ਤਰ੍ਹਾਂ ਕਹਿ ਸਕਦੇ ਜਿਹੜੀ ਸਿੱਖਣ ਹੈ ਉਹ ਨਿਰੰਤਰ ਚੱਲਦਾ, ਇਹ ਜਨਮ ਤੋਂ ਲੈ ਕੇ ਮੌਤ ਤੱਕ ਚੱਲਦਾ। ਕਿਤੇ ਵੀ ਇਸ ਦੇ ਵਿੱਚ ਗੈਪ ਜਾਂ ਇਹਦੇ ਵਿੱਚ ਕੋਈ ਵਾਧਾ ਜਿਹੜੀ ਉਹ ਨਹੀਂ ਆਉਂਦੀ। ਉਹ ਸਿੱਖਣਾ ਘੱਟ ਹੋ ਸਕਦਾ, ਸਿੱਖਣ ਦੇ ਅਲੱਗ-ਅਲੱਗ ਖੇਤਰ ਹੋ ਸਕਦੇ ਨੇ, ਸਿੱਖਣ ਦੇ ਅਲੱਗ-ਅਲੱਗ ਵਿਸ਼ੇ ਹੋ ਸਕਦੇ ਨੇ। ਜ਼ਰੂਰੀ ਨਹੀਂ ਕਿ ਸਾਰੇ ਹਰ ਵਿਸ਼ੇ ਦੇ ਵਿੱਚ ਸਿੱਖਦੇ ਨੇ, ਆਪਣਾ ਆਪਣਾ ਵਿਸ਼ਾ ਹੈ। ਜੋ ਅੱਖਰੀ ਗਿਆਨ ਪ੍ਰਾਪਤ ਨਹੀਂ ਕਰਦੇ ਉਹਨਾਂ ਦਾ ਆਪਣਾ ਖੇਤਰ ਹੁੰਦਾ ਹੈ। ਉਹਨਾਂ ਕੋਲ ਵੀ ਬਹੁਤ ਸਾਰਾ ਜਿਹੜਾ ਨੌਲੇਜ ਦਾ ਭੰਡਾਰ ਹੈ ਹੁੰਦਾ, ਉਹਨਾਂ ਕੋਲ ਵੀ ਗਿਆਨ ਦੇ ਜਾਂ ਗਿਆਨ ਪ੍ਰਾਪਤ ਕਰਨ ਦੇ ਸੋਮੇ ਉਹਨਾਂ ਦੇ ਆਪਣੇ ਹੁੰਦੇ ਨੇ। ਜੋ ਵਿਦਿਆਰਥੀ ਕਦੇ ਵੀ ਜਿਸਨੇ ਸਕੂਲ ਦੇ ਵਿੱਚ ਹਾਜ਼ਰ ਹੀ ਨਹੀਂ ਹੋਇਆ, ਜੇ ਤਾਂ ਸਕੂਲ ਦੇ ਵਿੱਚ ਕਿਤੇ ਨਾਂ ਹੀ ਨਹੀਂ ਲਿਖਿਆ ਗਿਆ, ਉਹਦਾ ਸਿੱਖਣ ਨੂੰ ਲੈ ਕੇ ਉਹਦੇ ਆਪਣੇ ਸੋਮੇ ਅਲੱਗ ਨੇ ਕਿ ਜਿਸ ਤੋਂ ਉਹਨੇ ਸਿੱਖਣਾ ਹੈ। ਉਹਦਾ ਕੰਮ ਕਰਨ ਦਾ ਖੇਤਰ ਹੋ ਸਕਦਾ ਹੈ ਜਾਂ ਉਹਦਾ ਉਸ ਤਰ੍ਹਾਂ ਦਾ ਸਮਾਜ ਹੈ ਜਿਹੜਾ ਉਹ ਉਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਿੱਖਦਾ ਹੈ। ਸੋ ਸਿੱਖਣਾ ਵਿਆਪਕ ਹੈ ਔਰ ਹਰ ਵਿਅਕਤੀ ਸਿੱਖਦਾ ਹੈ, ਉਹ ਜਨਮ ਤੋਂ ਲੈ ਕੇ ਮੌਤ ਤੱਕ ਸਿੱਖਦਾ ਹੈ। ਸੋ ਅਗਲੀ ਅਸੀਂ ਗੱਲ ਕਰੀਏ, ਅਗਲੀ ਗੱਲ ਦੇ ਵਿੱਚ ਅਗਲੀ ਵਿਸ਼ੇਸ਼ਤਾ ਉਸ ਦੀ ਇਹੀ ਆ ਕਿ ਜਿਹੜੀ ਸਮਝੋਜ਼ਨ ਐਡਜਸਟਮੈਂਟ, ਕਿ ਭਾਵ ਜਦੋਂ ਸਿੱਖ
ਦੀ ਭਾਵ ਉਸਦਾ ਜਾਣਨ ਦਾ ਇੱਕ ਇੰਟਰਸਟ ਬਣਿਆ ਰਹਿੰਦਾ ਹੈ। ਔਰ ਫਿਰ ਨਿਰੰਤਰਤਾ, ਜਦੋਂ ਨਿਰੰਤਰਤਾ ਦਾ ਗੁਣ ਜ਼ਰੂਰੀ ਹੈ ਕਿ ਹਰ ਟਾਈਮ ਅਸੀਂ ਕੁਝ ਨਾ ਕੁਝ ਸਿੱਖਦੇ ਰਹਿੰਦੇ। ਸੋ ਇਸ ਦੇ ਨਾਲ ਕੀ ਆਉਂਦੀ ਕਿ ਸੰਯੋਜਨ, ਉਹ ਸਾਡੇ ਵਿਚਾਰਾਂ ਦਾ ਸੰਯੋਜਨ ਵੀ ਹੋ ਸਕਦਾ ਹੈ, ਸਾਡੀਆਂ ਕਿਰਿਆਵਾਂ ਦਾ ਸੰਯੋਜਨ ਵੀ ਹੋ ਸਕਦਾ ਹੈ। संयोजन, ਹੁਣ संयोजन है ਜਿਹੜਾ, ਹੁਣ ਉਸ ਦੀ ਅਸੀਂ ਗੱਲ ਕਰੀਏ ਕਿ ਵਿਅਕਤੀ ਹੈ ਜਿਹੜਾ ਆਪਣੇ ਵਿਚਾਰਕ ਤੌਰ ਤੇ ਆਪਣੇ ਆਪ ਦੇ ਨਾਲ ਬਹੁਤ ਸਾਰੇ ਸਮਝੌਤੇ ਕਰ ਲੈਂਦਾ, ਜਿਸ ਤੋਂ ਬਣਿਆ संयोजन, ਸਮਝੌਤੇ ਤੋਂ। ਜਿਸ ਤਰ੍ਹਾਂ ਅਸੀਂ ਕਿਸੇ ਕਾਰਜ ਨੂੰ ਲੈ ਕੇ ਬਹੁਤ ਸਾਰੇ ਸਮਝੌਤੇ ਕਰਦੇ ਹਾਂ, ਅਸੀਂ ਆਪਣੇ ਆਪ ਨਾਲ ਬਹੁਤ ਸਾਰੇ ਸਮਝੌਤੇ ਕਰਦੇ ਹਾਂ। ਉਹ ਕਿਸ ਤਰ੍ਹਾਂ ਕਿ ਜਦੋਂ ਅਸੀਂ ਕਿਸੇ ਵਿਸ਼ੇ ਨੂੰ ਸਿੱਖ ਰਹੇ ਹੁੰਦੇ ਹਾਂ, ਉਸ ਵਿਸ਼ੇ ਨੂੰ ਲੈ ਕੇ ਸਾਡੇ ਪਹਿਲਾਂ ਵਿਚਾਰ ਹੋਰ ਹੁੰਦੇ ਨੇ, ਔਰ ਉਸ ਦੇ ਸੰਬੰਧ ਦੇ ਵਿੱਚ ਜਦੋਂ ਸਾਨੂੰ ਵਧੇਰੇ ਗਿਆਨ ਹੋ ਜਾਂਦਾ ਹੈ, ਫਿਰ ਉਸ ਨੂੰ ਲੈ ਕੇ ਕਈ ਵਾਰ ਸਾਡੇ ਵਿਚਾਰਾਂ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ, ਜਾਂ ਸਾਡੀਆਂ ਗਤੀਵਿਧੀਆਂ ਦੇ ਵਿੱਚ ਪਰਿਵਰਤਨ ਆ ਜਾਂਦਾ, ਜਾਂ ਸਾਡੀਆਂ ਕਿਰਿਆਵਾਂ ਬਦਲ ਜਾਂਦੀਆਂ ਨੇ, ਸਾਡਾ ਨਜ਼ਰੀਆ ਬਦਲ ਜਾਂਦਾ ਹੈ। ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰ ਜਦੋਂ ਸਾਡੇ ਕੋਈ ਚੀਜ਼ ਵਿਪੱਖ ਦੇ ਵਿੱਚ ਹੁੰਦੀ ਆ, ਸਾਡੇ ਵਿਰੋਧ ਦੇ ਵਿੱਚ ਹੁੰਦੀ ਆ, ਤਾਂ ਅਸੀਂ ਉਸ ਨੂੰ ਵੀ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਉਹਨਾਂ ਵਿਚਾਰਾਂ ਨੂੰ, ਜਾਂ ਪੁਰਾਣੇ ਵਿਚਾਰਾਂ ਨੂੰ, ਜਾਂ ਨਵੇਂ ਵਿਚਾਰਾਂ ਨੂੰ, ਵਿਚਾਰਕ ਤੌਰ ਤੇ ਵੀ ਅਸੀਂ ਕਿਤੇ ਨਾ ਕਿਤੇ ਆਪਣੇ ਵਿਚਾਰਾਂ ਨੂੰ ਬਦਲਾਉਂਦੇ ਰਹਿੰਦੇ ਹਾਂ ਸਮੇਂ ਦੇ ਮੁਤਾਬਕ, ਹਾਲਾਤਾਂ ਦੇ ਮੁਤਾਬਕ। ਉਹ ਕਿੱਥੋਂ ਸੰਭਵ ਹੁੰਦਾ? ਸਿੱਖਣ ਤੋਂ। ਜਦੋਂ ਸਾਨੂੰ ਸਿੱਖਣਾ ਹੋ ਜਾਂਦਾ ਹੈ, ਜਦੋਂ ਸਾਨੂੰ ਗਿਆਨ ਹੋ ਜਾਂਦਾ ਹੈ, ਜਦੋਂ ਸਾਨੂੰ ਸਮਝ ਪੈਦਾ ਹੋ ਜਾਂਦੀ ਹੈ, ਉਹਦੇ ਨਾਲ ਕੀ ਹੈ? ਸੰਯੋਜਨ, ਐਡਜਸਟਮੈਂਟ ਹੈ ਜਿਹੜੀ ਉਹ ਹੋ ਜਾਂਦੀ ਹੈ। ਭਾਵੇਂ ਉਹ ਸਾਡੀਆਂ ਗਤੀਵਿਧੀਆਂ ਦੇ ਵਿੱਚ ਹੋਵੇ, ਔਰ ਭਾਵੇਂ ਕਹਿ ਲਓ ਸਾਡੇ ਵਿਚਾਰਕ ਤੌਰ ਤੇ ਹੋਵੇ, ਜਾਂ ਸਾਡੀ ਇੱਕ ਸੋਚ ਨੂੰ ਲੈ ਕੇ ਹੋਵੇ ਕਿ ਪਹਿਲਾਂ ਅਸੀਂ ਕਿਸੇ ਚੀਜ਼ ਦੇ ਵਿਰੋਧ ਦੇ ਵਿੱਚ ਅਸੀਂ ਵਿਚਾਰ ਰੱਖਦੇ ਸੀ, ਔਰ ਜਦੋਂ ਸਾਨੂੰ ਉਸ ਚੀਜ਼ ਦਾ ਗਿਆਨ ਹੋ ਜਾਂਦਾ, ਪਰਿਵਰਤਨ ਹੋ ਜਾਂਦਾ ਉਸ ਚੀਜ਼ ਦੇ ਵਿੱਚ, ਔਰ ਉਸ ਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਦੇ ਵਿੱਚ ਇੱਕ ਸਾਡੇ ਅੰਦਰ ਜਿਹੜੀ ਇਸ ਤਰ੍ਹਾਂ ਦੀ ਕਾਬਲੀਅਤ, ਜਾਂ ਸਾਡੇ ਵਿੱਚ ਕਹਿ ਲਓ ਕਿ ਵਿਚਾਰਾਂ, ਨਵੇਂ ਵਿਚਾਰਾਂ ਨੂੰ ਪ੍ਰਾਪਤ ਕਰਨ ਦੀ, ਜਾਂ ਨਵੇਂ ਗਿਆਨ ਨੂੰ ਪ੍ਰਾਪਤ ਕਰਨ ਦੀ ਉਤਸੁਕਤਾ, ਉਸ ਦੇ ਨਾਲ ਕੀ ਹੁੰਦਾ ਕਿ ਅਸੀਂ ਸੰਯੋਜਿਤ ਹੋ ਜਾਂਦੇ ਹਾਂ, ਅਸੀਂ ਉਸ ਚੀਜ਼ ਨੂੰ ਐਡਜਸਟ ਕਰ ਲੈਂਦੇ ਹਾਂ, ਵਿਚਾਰਾਂ ਨੂੰ, ਆਪਣੇ ਵਿਰੋਧੀ ਵਿਚਾਰਾਂ ਨੂੰ, ਆਪਣੇ ਨਕਾਰਾਤਮਕ ਵਿਚਾਰਾਂ ਨੂੰ, ਜਾਂ ਆਪਣੇ ਸਕਾਰਾਤਮਕ ਵਿਚਾਰਾਂ ਨੂੰ ਲੈ ਕੇ ਕਹਿ ਲਓ। ਸੋ ਅਸੀਂ ਕੀ ਕਰਦੇ ਹਾਂ ਕਿ ਸੰਯੋਜਨ, ਕਿ ਸਿੱਖਣ ਤੋਂ ਭਾਵ ਹੈ ਸੰਯੋਜਨ, ਕਿ ਭਾਵ ਨਵਾਂ ਗਿਆਨ ਪ੍ਰਾਪਤ ਕਰਨਾ, ਔਰ ਜੋ ਪੁਰਾਣਾ ਗਿਆਨ ਹੈ ਉਸ ਨੂੰ ਅਪਡੇਟ ਕਰਨਾ। ਜੇ ਅਸੀਂ ਪੁਰਾਣੇ ਗਿਆਨ ਨੂੰ ਲੈ ਕੇ ਅੜ ਕੇ ਖੜ ਜਾਂਗੇ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ, ਜਾਂ ਅਸੀਂ ਆਪਣੇ ਵਿਚਾਰਾਂ ਦੇ ਵਿੱਚ ਕੋਈ ਬਦਲਾਅ ਹੀ ਨਹੀਂ ਕਰਾਂਗੇ, ਅਸੀਂ ਨਵਾਂ ਗਿਆਨ ਦੇ ਵਿੱਚ ਉਤਸੁਕਤਾ ਹੀ ਨਹੀਂ ਹੋਏਗੀ, ਔਰ ਅਸੀਂ ਉਸ ਚੀਜ਼ ਤੇ ਕਹਾਂਗੇ ਕਿ ਨਹੀਂ, ਜੋ ਵਿਚਾਰ ਹੈ ਇਸ ਨੂੰ ਬਦਲਾਇਆ ਨਹੀਂ ਜਾ ਸਕਦਾ, ਕਿ ਭਾਵ ਅਸੀਂ ਸੰਯੋਜਨ ਨਹੀਂ ਕਰ ਰਹੇ, ਅਸੀਂ ਕੋਈ ਸਮਝੌਤਾ ਨਹੀਂ ਕਰ ਰਹੇ, ਤਾਂ ਭਾਵ ਕੀ ਹੈ ਉੱਥੇ ਸਿੱਖਣਾ ਜਿਹੜਾ ਸੰਭਵ ਨਹੀਂ ਹੁੰਦਾ, ਜਾਂ ਸਿੱਖਣਾ ਜਿਹੜਾ ਉਹ ਸੀਮਤ ਹੋ ਜਾਂਦਾ। ਸੋ ਇਸ ਕਰਕੇ ਜਿਹੜਾ ਸੰਯੋਜਨ ਦਾ ਗੁਣ ਹੈ ਉਹ ਸਿੱਖਣ ਦਾ ਵੀ ਬਹੁਤ ਵੱਡੀ ਵਿਸ਼ੇਸ਼ਤਾ ਹੈ। ਔਰ ਅਸੀਂ ਆਪਣੇ ਅਗਲਾ ਜਿਹੜਾ ਵਿਸ਼ੇਸ਼ਤਾ ਹੈ ਉਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਉਂਦਾ ਹੈ ਕਿ ਮਾਨਸਿਕ ਯੋਗਤਾਵਾਂ ਨੇ, ਜਿਹੜੀਆਂ ਸਾਡੀਆਂ ਮਾਨਸਿਕ ਯੋਗਤਾਵਾਂ ਨੇ, ਉਹਨਾਂ ਦੀ ਪ੍ਰਕਿਰਿਆ ਸ਼ਾਮਲ ਹੁੰਦੀ ਹੈ ਸਿੱਖਣ ਦੇ ਵਿੱਚ। ਮਾਨਸਿਕ ਯੋਗਤਾਵਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦੀਆਂ ਨੇ, ਭਾਵੇਂ ਉਹ ਸਾਡੇ ਵਿਵਹਾਰ ਵਿੱਚ ਪਰਿਵਰਤਨ ਦੀ ਗੱਲ ਹੋਵੇ, ਔਰ ਭਾਵੇਂ ਵਧੇਰੇ ਉਤਸੁਕਤਾ ਦੇ ਨਾਲ ਨਵਾਂ ਗਿਆਨ ਪ੍ਰਾਪਤ ਕਰਨ ਦੀ ਹੋਵੇ, ਸਮਝ ਪ੍ਰਾਪਤ ਕਰਨ ਦੀ ਹੋਵੇ, ਜਾਂ ਵੱਧ ਤੋਂ ਵੱਧ ਜਾਣਨ ਦੀ ਹੋਵੇ, ਜਾਂ ਨਿਰੰਤਰਤਾ ਦੀ ਗੱਲ ਹੋਵੇ, ਜਾਂ ਫਿਰ ਸਮਝੌਤੇ ਦੀ ਗੱਲ ਹੋਵੇ। ਉਹਦੇ ਵਿੱਚ ਸਾਡੀਆਂ ਮਾਨਸਿਕ ਕਿਰਿਆਵਾਂ ਨੇ ਜਿਹੜੀਆਂ, ਉਹਨਾਂ ਦੀਆਂ ਬਹੁਤ ਮਾਨਸਿਕ ਜਿਹੜੀਆਂ ਪ੍ਰਕਿਰਿਆਵਾਂ ਨੇ, ਔਰ ਉਹ ਬਹੁਤ ਉਹਨਾਂ ਦੇ ਵਿੱਚ ਕਹਿ ਲਓ ਕਿ ਵਧੇਰੇ ਕਾਰਜਸ਼ੀਲ ਹੁੰਦੀਆਂ ਨੇ, ਜਿਸ ਦੇ ਨਾਲ ਅਸੀਂ ਸਰੀਰਕ ਤੌਰ ਤੇ ਵੀ ਕਾਰਜਸ਼ੀਲ ਹੁੰਦੇ ਹਾਂ, ਔਰ ਅਸੀਂ ਮਾਨਸਿਕ ਤੌਰ ਤੇ ਵੀ ਸਿੱਖਣ ਦੇ ਟਾਈਮ ਵਧੇਰੇ ਕਾਰਜਸ਼ੀਲ ਹੁੰਦੇ ਹਾਂ। ਫਿਰ ਹੀ ਅਸੀਂ ਸਿੱਖ ਸਕਦੇ ਹਾਂ। ਜੇਕਰ ਅਸੀਂ ਸਰੀਰਕ ਤੌਰ ਤੇ ਹੀ ਕਾਰਜਸ਼ੀਲ ਹੋਈਏ, ਮਾਨਸਿਕ ਤੌਰ ਤੇ ਅਸੀਂ ਨਾ ਹੋਈਏ, ਤਾਂ ਉੱਥੇ ਸਿੱਖਣਾ ਨਹੀਂ ਹੁੰਦਾ। ਸੋ ਮਾਨਸਿਕ ਯੋਗਤਾਵਾਂ ਨੇ ਜਿਹੜੀਆਂ, ਉਹਨਾਂ ਦੀਆਂ ਕਿਰਿਆਵਾਂ, ਉਹਨਾਂ ਦੀਆਂ ਪ੍ਰਕਿਰਿਆਵਾਂ ਨੇ ਜਿਹੜੀਆਂ ਸ਼ਾਮਲ ਹੁੰਦੀਆਂ, ਉਸ ਤੋਂ ਬਿਨਾਂ ਅਸੀਂ ਸਿੱਖਣਾ ਜਿਹੜਾ ਨਹੀਂ ਹੁੰਦਾ। ਇਹ ਇੱਕ ਗੁਣ ਹੈ ਸਿੱਖਣ ਦਾ ਕਿ ਮਾਨਸਿਕ ਯੋਗਤਾਵਾਂ, ਮਾਨਸਿਕ ਯੋਗਤਾਵਾਂ ਮਾਨਸਿਕ
ਯੋਗਤਾਵਾਂ ਦੇ ਭਾਵ ਸਾਡੇ 'ਚ ਕਾਬਲੀਅਤ ਜਾਂ ਜੋ ਕਿਰਿਆ ਜਦੋਂ ਅਸੀਂ ਕੁਝ ਸਿੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਅਸੀਂ ਦਿਮਾਗ ਦੇ ਵਿੱਚ ਨਵੇਂ ਵਿਚਾਰ ਆਉਂਦੇ ਨੇ, ਚਾਹੇ ਉਹ ਪ੍ਰਸ਼ਨ ਪੁੱਛਣ ਨੂੰ ਲੈ ਕੇ ਹੋਵੇ ਜਾਂ ਉਤਸੁਕਤਾ ਨੂੰ ਲੈ ਕੇ ਹੋਵੇ ਜਾਂ ਸੰਯੋਜਨ ਨੂੰ ਲੈ ਕੇ ਹੋਵੇ। ਅਸੀਂ ਮਾਨਸਿਕ ਤੌਰ ਤੇ ਅਸੀਂ ਕਿਰਿਆ ਕਰਦੇ ਹਾਂ, ਸਵਾਲ ਜਵਾਬ, ਪੱਖ ਦੇ ਵਿੱਚ ਵਿਚਾਰ, ਵਿਰੋਧ ਦੇ ਵਿੱਚ ਵਿਚਾਰ ਨੇ। ਸੋ ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਸਿੱਖਣ ਦੇ ਵਿੱਚ। ਇਹਨਾਂ ਤੋਂ ਬਿਨਾਂ ਜਿਹੜਾ ਸਿੱਖਣਾ ਉਹ ਸੰਭਵ ਨਹੀਂ ਹੁੰਦਾ ਹੈਗਾ। ਸੋ ਇੱਕ ਸਿੱਖਣ ਦੀ ਵਿਸ਼ੇਸ਼ਤਾ ਜਿਹੜੀਆਂ ਮਾਨਸਿਕ ਯੋਗਤਾਵਾਂ ਨੇ ਉਹ ਸ਼ਾਮਲ ਹੁੰਦੀਆਂ ਨੇ ਸਿੱਖਣ ਦੇ ਵਿੱਚ, ਉਹਨਾਂ ਤੋਂ ਜਿਹੜਾ ਸਿੱਖਣਾ ਅਸੰਭਵ ਹੁੰਦਾ। ਹੁਣ ਜਿਹੜੀ ਯੋਗਤਾ ਦੀ ਗੱਲ ਕਰੀਏ ਤਾਂ ਕਾਬਲੀਅਤ ਦੀ ਗੱਲ ਕਰੀਏ, ਅਸੀਂ ਜੋ ਸਿੱਖਣ ਦੇ ਕਾਬਲ ਹਾਂ, ਅਸੀਂ ਜੋ ਸਮਝਣ ਦੇ ਕਾਬਲ ਹਾਂ, ਅਸੀਂ ਕਿਸੇ ਕਿੰਨੇ ਕੁ ਅਸੀਂ ਵਿਚਾਰਾਂ ਨੂੰ ਜਾਂ ਕਹਿ ਲਓ ਕਿ ਕਿਸੇ ਦੀਆਂ ਗਿਆਨ ਪ੍ਰਾਪਤ ਕਰਨ ਦੇ ਕਾਬਲ, ਇਹ ਕਾਬਲੀਅਤ ਵੀ ਹੈ ਜਿਹੜੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ, ਜਾਂ ਕਹਿ ਲਓ ਕਿ ਕਾਬਲੀਅਤ ਦੇ ਮੁਤਾਬਕ ਹੈ ਜਿਹੜਾ ਸਿੱਖਣਾ ਹੁੰਦਾ। ਇਹਨਾਂ ਦੀਆਂ ਕਿਰਿਆਵਾਂ, ਮਾਨਸਿਕ ਕਿਰਿਆਵਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਪ੍ਰਸ਼ਨ ਪੁੱਛਣਾ ਔਰ ਉਸ ਦੇ ਉੱਤਰ ਨੂੰ ਸਮਝਣਾ, ਔਰ ਜਾਂ ਅਸੀਂ ਕੋਈ ਪ੍ਰਯੋਗ ਕਰਦੇ ਹਾਂ, ਪ੍ਰਯੋਗ ਤੋਂ ਬਾਅਦ ਫਿਰ ਅਸੀਂ ਉਹਦਾ ਮੁਲਾਂਕਣ ਕਰਦੇ ਹਾਂ। ਹੁਣ ਜਿਹੜਾ ਮੁਲਾਂਕਣ ਕਰਨਾ ਕਿ ਅਸੀਂ ਕਿੰਨਾ ਕੁ ਸਿੱਖ ਚੁੱਕੇ ਹਾਂ, ਉਹ ਵੀ ਇੱਕ ਮਾਨਸਿਕ ਕਿਰਿਆ। ਅਸੀਂ ਉਸ ਨੂੰ ਦੁਬਾਰਾ ਉਸ ਦਾ ਅਭਿਆਸ ਕਰਦੇ ਹਾਂ, ਜਾਂ ਅਸੀਂ ਆਪਣੇ ਦਿਮਾਗ ਦੇ ਵਿੱਚ ਦਿਮਾਗੀ ਤੌਰ ਤੇ ਅਸੀਂ ਕੁਝ ਨਾ ਕੁਝ ਸਿੱਖਦੇ ਹਾਂ, ਫਿਰ ਉਸ ਨੂੰ ਜਾਣਦੇ ਹਾਂ ਕਿ ਪਹਿਲਾਂ ਸਾਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਸੀ, ਹੁਣ ਸਾਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗ ਗਿਆ, ਫਿਰ ਅਸੀਂ ਉਸ ਨੂੰ ਯਾਦ ਰੱਖਦੇ ਹਾਂ। ਫਿਰ ਉਸ ਨੂੰ ਜੇ ਸਾਨੂੰ ਨਹੀਂ ਸਮਝ ਆਉਂਦੀ ਤਾਂ ਫਿਰ ਸਾਡਾ ਅਸੀਂ ਮੁਲਾਂਕਣ ਕਰਨ ਤੋਂ ਬਾਅਦ ਉਸ ਦੇ ਦੁਆਰਾ ਪ੍ਰਸ਼ਨ ਕਰਦੇ ਹਾਂ, ਉਸ ਦੇ ਵਿੱਚ ਸੁਧਾਰ ਕਰਦੇ ਹਾਂ। ਤਾਂ ਸਾਰੀਆਂ ਮਾਨਸਿਕ ਕਿਰਿਆਵਾਂ ਨੇ। ਸਿੱਖਣਾ ਇੱਕ ਮਾਨਸਿਕ ਕਿਰਿਆ ਵੀ ਹੈ, ਇੱਕ ਮਾਨਸਿਕ ਯੋਗਤਾ ਵੀ ਹੈ। ਸਿੱਖਣਾ ਇੱਕ ਮਾਨਸਿਕ ਯੋਗਤਾ ਵੀ ਆ। ਹੁਣ ਜਿੱਥੇ ਯੋਗਤਾ ਨਹੀਂ ਹੋਏਗੀ, ਭਾਵ ਜਿਹੜੇ ਅਸੀਂ ਗੱਲ ਕਰਦੇ ਹਾਂ ਕਿ ਕੁਝ ਜਾਨਵਰਾਂ ਨੂੰ ਵੀ ਕੁਝ ਗੱਲਾਂ ਨੇ ਜਿਹੜੀਆਂ ਸਿਖਾ ਦਿੱਤੀਆਂ ਜਾਂਦੀਆਂ ਨੇ ਟ੍ਰੇਨਿੰਗ ਤੋਂ ਬਾਅਦ, ਕਿ ਭਾਵ ਉੱਥੇ ਵੀ ਸਿੱਖਣਾ ਹੁੰਦਾ। ਸਿੱਖਣਾ ਤਾਂ ਉੱਥੇ ਵੀ ਵਾਪਰਦਾ, ਪਰ ਉੱਥੇ ਹੋ ਸਕਦਾ ਕਿ ਕਿਸੇ ਕਿਸਮ ਦਾ ਫਰਕ ਹੋਵੇ, ਜਾਂ ਸਿੱਖਣਾ ਤੇ ਜਿਹੜੀ ਉਸ ਦੀ ਟ੍ਰੇਨਿੰਗ ਹੈ, ਜਿਸ ਅਸੀਂ ਟ੍ਰੇਨਿੰਗ ਸ਼ਬਦ ਵਰਤਦੇ ਹਾਂ ਕਿ ਉਹਨਾਂ ਨੂੰ ਕਹਿੰਦੇ ਕਿ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਜੀ ਇਸ, ਤਾਂ ਭਾਵ ਕੀ ਹੈ ਕਿ ਉਸ ਦੇ ਨਾਲ ਪਹਿਲਾਂ ਮਾਨਸਿਕ ਕਿਰਿਆ ਜੀ ਜੋ ਦਿਮਾਗ ਦੇ ਵਿੱਚ ਹੁੰਦਾ, ਮਨੁੱਖ ਦਾ ਦਿਮਾਗ ਹੈ ਜਿਹੜਾ ਜਿੰਨਾ ਕੁ ਜ਼ਿਆਦਾ ਵਧੇਰੇ ਵਿਕਾਸ ਕਰਦਾ ਜਾਂ ਵਿਕਸਿਤ ਹੁੰਦਾ, ਉਨਾ ਕੁ ਜ਼ਿਆਦਾ ਉਹ ਸਿੱਖ ਜਾਂਦਾ, ਉਨੀਆਂ ਕੁ ਜ਼ਿਆਦਾ ਉਹ ਉਸ ਦੇ ਵਿੱਚ ਜਿਹੜੀਆਂ ਕਿਰਿਆਵਾਂ ਨੇ, ਪ੍ਰਸ਼ਨ ਪੁੱਛਣਾ, ਉਸ ਦਾ ਜਵਾਬ ਦੇਣਾ, ਹਾਜ਼ਰ ਜਵਾਬ ਹੋਣਾ, ਥੋੜੀ ਗੱਲ ਨੂੰ ਸਮਝ ਜਾਣਾ, ਬਹੁਤ ਜਲਦੀ ਸਿੱਖ ਜਾਣਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਿੱਖਣ ਦੇ ਵਿੱਚ ਸ਼ਾਮਲ ਹੁੰਦੀਆਂ ਨੇ, ਜਾਂ ਸਿੱਖਣ ਦੀ ਜਿਹੜੀ ਵਿਸ਼ੇਸ਼ਤਾ ਹੁੰਦੀ ਹੈ ਮਾਨਸਿਕ ਕਿਰਿਆਵਾਂ ਜਾਂ ਮਾਨਸਿਕ ਯੋਗਤਾਵਾਂ ਦੀਆਂ ਜਿਹੜੀਆਂ ਕਿਰਿਆਵਾਂ ਨੇ। ਸੋ ਇਸ ਤਰ੍ਹਾਂ ਕੀ ਹੈ ਜਿਹੜਾ ਇਸ ਦੇ ਵਿੱਚ ਪਰਿਵਰਤਨ ਹੈ, ਜਿਹੜਾ ਪਰਿਵਰਤਨ ਬਾਹਰੀ ਤੌਰ ਤੇ ਅੰਦਰੂਨੀ ਤੌਰ ਤੇ ਅਸੀਂ ਦੇਖ ਸਕਦੇ ਹਾਂ। ਔਰ ਅਗਲਾ ਗੱਲ ਕਰੀਏ ਉਤਸੁਕਤਾ ਦੀ। ਸਿੱਖਣਾ ਦੇ ਨਾਲ ਉਤਸੁਕਤਾ ਪੈਦਾ ਹੁੰਦੀ ਹੈ, ਉਤਸੁਕਤਾ ਦੇ ਨਾਲ ਸਿੱਖਿਆ ਜਾ ਸਕਦਾ ਹੈ। ਸਿੱਖਣ ਦੇ ਦੌਰਾਨ ਜਿਹੜੀ ਉਤਸੁਕਤਾ ਦਾ ਗੁਣ ਹੈ ਉਹ ਸ਼ਾਮਲ ਹੁੰਦਾ। ਇਸੇ ਤਰ੍ਹਾਂ ਪਰਿਵਰਤਨ, ਸਿੱਖਣ ਦੇ ਨਾਲ ਪਰਿਵਰਤਨ ਆਉਂਦਾ, ਔਰ ਜਦੋਂ ਪਰਿਵਰਤਨ ਹੈ ਜਿਹੜਾ, ਜਦੋਂ ਅਸੀਂ ਉਸ ਨੂੰ ਮਹਿਸੂਸ ਕਰਦੇ ਹਾਂ ਜਾਂ ਅਸੀਂ ਉਸ ਨੂੰ ਵੇਖਦੇ ਹਾਂ ਜਾਂ ਜਦੋਂ ਅਸੀਂ ਉਸ ਦੀ ਵਰਤੋਂ ਕਰਦੇ ਹਾਂ, ਜਾਂ ਉੱਥੇ ਕੀ ਹੈ ਜਿਹੜਾ ਸਾਨੂੰ ਸਿੱਖਣਾ ਉਹ ਸਪਸ਼ਟ ਹੋਣ ਲੱਗਦਾ, ਸਾਨੂੰ ਦਿਖਾਈ ਦੇਣ ਲੱਗਦਾ ਕਿ ਅਸੀਂ ਸਿੱਖਿਆ। ਜਦੋਂ ਅਸੀਂ ਮਹਿਸੂਸ ਕਰ ਲਿਆ ਤਾਂ ਉੱਥੇ ਵੀ ਅਸੀਂ ਸਿੱਖ ਲਏ। ਸੋ ਇਹ ਕੀ ਹੈ ਕਿ ਵਿਵਹਾਰ ਦੇ ਵਿੱਚ ਪਰਿਵਰਤਨ ਹੈ, ਉਤਸੁਕਤਾ ਔਰ ਨਿਰੰਤਰਤਾ। ਅਸੀਂ ਦੱਸਿਆ ਕਿ ਸਿੱਖਣਾ ਜਿਹੜਾ ਚੱਲਦਾ ਹੈ, ਅਸੀਂ ਕੋਈ ਕਾਰਜ ਕਰਦੇ ਕਰਦੇ ਰੁਕ ਕੇ, ਅਸੀਂ ਪ੍ਰਯੋਗ ਕਰਦੇ ਕਰਦੇ ਰੁਕ ਕੇ, ਇਹ ਤੋਂ ਤੱਕ ਕਿ ਅਸੀਂ ਕਿਸੇ ਖੇਤਰ ਦੇ ਵਿੱਚ ਕੰਮ ਕਰ ਰਹੇ ਸੀ, ਉਸ ਖੇਤਰ ਦੇ ਵਿੱਚ ਸਾਡਾ ਕੋਈ ਪ੍ਰਯੋਗ ਚੱਲ ਰਿਹਾ ਸੀ, ਕੋਈ ਪ੍ਰੈਕਟੀਕਲ ਚੱਲ ਰਿਹਾ ਸੀ, ਸਾਨੂੰ ਕਿਸੇ ਵਜ੍ਹਾ ਦੇ ਕਾਰਨ ਉੱਥੇ ਰੋਕ ਦਿੱਤਾ ਗਿਆ, ਸਾਨੂੰ ਕਿਸੇ ਹੋਰ ਕੰਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ, ਤਾਂ ਉੱਥੇ ਸਾਡਾ ਭਾਵ ਇਹ ਨਹੀਂ ਹੋਊਗਾ ਕਿ ਸਾਡਾ ਸਿੱਖਣਾ ਰੁਕ ਗਿਆ। ਸਿੱਖਣਾ ਰੁਕਿਆ ਨਹੀਂ, ਸਿੱਖਣਾ ਅਸੀਂ ਕਿਸੇ ਹੋਰ ਸਾਈਡ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਹਾਲਾਤਾਂ ਦੇ ਮੁਤਾਬਕ ਹੋ ਸਕਦਾ, ਵਾਤਾਵਰਨ ਦੇ ਮੁਤਾਬਕ ਹੋ ਸਕਦਾ। ਅਸੀਂ ਪ੍ਰਯੋਗ ਕਰਦੇ ਹਾਂ, ਕੋਈ ਬਾਹਰੀ ਅਸੀਂ ਪ੍ਰਯੋਗ ਕਰ ਰਹੇ ਹੋਈਏ, ਉਸ ਸਮੇਂ ਦਾ ਜਿਹੜਾ ਕੁਦਰਤੀ ਮੌਸਮ ਹੈ ਜਾਂ ਕੋਈ ਇਸ ਤਰ੍ਹਾਂ ਦਾ ਘਟਨਾ ਦੁਰਘਟਨਾ ਵਾਪਰਦੀ ਹੈ ਕਿ ਉਸ ਦਾ ਮਤਲਬ ਇਹ ਨਹੀਂ ਕਿ ਸਾਡਾ ਕਾਰਜ ਰੁਕ ਗਿਆ ਜਾਂ ਸਾਡਾ ਸਿੱਖਣਾ ਰੁਕ ਗਿਆ। ਅਸੀਂ ਉਹ ਜਿਹੜੀ ਘਟਨਾ ਜਾਂ ਉਹ ਜਿਹੜਾ ਜਿਸ ਵਾਤਾਵਰਨ ਦੇ ਮੁਤਾਬਕ ਅਸੀਂ ਰੁਕੇ ਹਾਂ, ਅਸੀਂ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਆਪਣੇ ਪ੍ਰਯੋਗ ਨੂੰ ਕੋਆਰਡੀਨੇਟ ਕਰਕੇ। ਸੋ ਇਸ ਤਰ੍ਹਾਂ ਜਿਹੜੀ ਨਿਰੰਤਰਤਾ ਜਿਹੜੀ ਚੱਲਦੀ ਰਹਿੰਦੀ ਹੈ, ਕਿਸੇ ਉਮਰ ਦੇ ਵਿੱਚ ਹੋਵੇ,
ਕਿਸੇ ਵੀ ਹਾਲਾਤ ਦੇ ਵਿੱਚ ਹੋਵੇ ਜਿਹੜਾ ਸਿੱਖਣਾ। ਉਸੇ ਤਰ੍ਹਾਂ ਸੰਯੋਜਨ, ਸਿੱਖਣਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਸੰਯੋਜਨ ਹੈ। ਸਿੱਖਣ ਦੇ ਨਾਲ ਸੰਯੋਜਨ ਦੀ ਜਿਹੜੀ ਕਾਬਲੀਅਤ ਉਹ ਵੱਧ ਪੈਦਾ ਹੁੰਦੀ ਹੈ। ਇਹ ਜਿਹੜਾ ਗੁਣ ਹੈ ਸੰਯੋਜਨ ਦਾ ਵਿਅਕਤੀ ਦੇ ਵਿੱਚ, ਇਹ ਵੀ ਇੱਕ ਸਿੱਖਣਾ ਹੀ ਹੁੰਦਾ ਕਿ ਅਸੀਂ ਕਿਸੇ ਨਾ ਕਿਸੇ ਨੂੰ ਐਡਜਸਟ ਕਰਨਾ, ਵਿਚਾਰਾਂ ਨੂੰ ਐਡਜਸਟ ਕਰਨਾ, ਭਾਵ ਕਿ ਵਿਰੋਧੀ ਵਿਚਾਰਾਂ ਤੋਂ ਵੀ ਕੁਝ ਨਾ ਕੁਝ ਪ੍ਰਾਪਤ ਕਰ ਲੈਣਾ ਜਾਂ ਆਪਣੇ ਵਿਚਾਰਾਂ ਨੂੰ ਵਿਰੋਧੀ ਵਿਚਾਰਾਂ ਦੇ ਨਾਲ ਕੰਪੇਅਰ ਕਰਨਾ, ਉਹ ਵੀ ਇੱਕ ਸਿੱਖਣਾ ਹੀ ਹੈ। ਸੋ ਅਗਲੀ ਗੱਲ ਕਰੀਏ ਮਾਨਸਿਕ ਯੋਗਤਾਵਾਂ ਦੀ ਪ੍ਰਕਿਰਿਆ। ਸਿੱਖਣਾ ਮਾਨਸਿਕ ਯੋਗਤਾਵਾਂ ਦੀ ਪ੍ਰਕਿਰਿਆ, ਭਾਵ ਪਹਿਲਾਂ ਸਾਡੇ ਅਸੀਂ ਦਿਮਾਗੀ ਤੌਰ ਤੇ ਕੋਈ ਨਾ ਕੋਈ ਚੀਜ਼ ਸਾਡੇ ਦਿਮਾਗ ਦੇ ਵਿੱਚ ਜਾਂਦੀ ਹੈ, ਫਿਰ ਅਸੀਂ ਉਸ ਨੂੰ ਕਿਰਿਆ ਕਰਦੇ ਹਾਂ। ਭਾਵੇਂ ਉਹ ਕਿਸੇ ਟ੍ਰੇਨਿੰਗ ਦੀ ਗੱਲ ਹੀ ਕਿਉਂ ਨਾ ਹੋਵੇ, ਭਾਵੇਂ ਇੱਕ ਸਾਈਕਲ ਸਿੱਖਣ ਦੀ ਗੱਲ ਕਿਉਂ ਨਾ ਹੋਵੇ, ਉੱਥੇ ਵੀ ਜੋ ਅਸੀਂ ਮਾਨਸਿਕਤਾ ਕੰਮ ਕਰਦੇ, ਅਸੀਂ ਐਵੇਂ ਚਲਾਉਣਾ, ਅਸੀਂ ਉਸ ਚੀਜ਼ ਨੂੰ ਐਵੇਂ ਰੋਕਣਾ, ਉਹ ਉਸੇ ਗੱਲ ਜਦੋਂ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਸਿੱਖਣ ਦੀ ਗੱਲ ਕਰੀਏ, ਭਾਵੇਂ ਉਹ ਕਿਸੇ ਵਿਸ਼ੇ ਨੂੰ ਹਿਸਟਰੀ ਦਾ ਵਿਸ਼ਾ ਹੋਵੇ, ਕੋਈ ਹੋਰ ਸਮਾਜਿਕ ਵਿਸ਼ਾ ਹੋ ਸਕਦਾ ਹੈ, ਕੋਈ ਹੋਰ ਵਿਗਿਆਨ ਦਾ ਵਿਸ਼ਾ ਹੋ ਸਕਦਾ, ਤਾਂ ਉਸ ਦੇ ਵਿੱਚ ਵੀ ਹੈ ਜਿਹੜਾ ਕਹਿ ਲਓ ਕਿ ਜਿਹੜੇ ਮਾਨਸਿਕ ਯੋਗਤਾਵਾਂ ਨੇ ਜਾਂ ਮਾਨਸਿਕ ਜਿਹੜੀਆਂ ਜੋ ਪ੍ਰਕਿਰਿਆਵਾਂ ਨੇ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਨੇ। ਔਰ ਇਸ ਤਰ੍ਹਾਂ ਜਿਹੜਾ ਸਿੱਖਣਾ ਉਹਨਾਂ ਦੀਆਂ ਜਿਹੜੀਆਂ ਇਹ ਵਿਸ਼ੇਸ਼ਤਾ ਹੈ ਮਾਨਸਿਕ ਯੋਗਤਾਵਾਂ। ਸੋ ਇਸ ਤਰ੍ਹਾਂ ਵਿਦਿਆਰਥੀ ਨੂੰ ਅਸੀਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਸਿੱਖਣ ਵਿਸ਼ੇਸ਼ਤਾਵਾਂ, ਉਹਨਾਂ ਦੀ ਜਿਹੜੀ ਲਗਾਤਾਰ ਵਿਆਖਿਆ ਜਾਂ ਉਹਨਾਂ ਦੇ ਬਾਰੇ ਜਿਹੜਾ ਲਗਾਤਾਰ ਵਿਚਾਰ ਹੈ ਉਹ ਜਾਰੀ ਰਹੇਗਾ। ਸੋ ਬਾਕੀ ਅਸੀਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹਨਾਂ ਦੀ ਗੱਲ ਜਿਹੜੀ ਆਪਣੇ ਅਗਲੇ ਲੈਕਚਰ ਦੇ ਵਿੱਚ